ਜਦੋਂ ਭਾਈ ਤੈਨੂੰ ਪਰਮੇਸ਼ਰ ਭੁੱਲ ਗਿਆ, ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁਲਾ ਦਿੱਤਾ, ਤੈਨੂੰ ਦੁਨੀਆ ਦੇ ਸਾਰੇ ਰੋਗ ਆ ਕੇ ਭਾਈ ਤੈਨੂੰ ਘੇਰਾ ਪਾ ਲੈਣਗੇ। ਪਰਮਾਤਮਾ ਤੇ ਨਾਮ ਤੋਂ ਬਗੈਰ ਜੀਵਨ ਦੇ ਅੰਦਰ ਅਸੀਂ ਸੁੱਖ ਦੀ ਉਮੀਦ ਨਹੀਂ ਕਰ ਸਕਦੇ ਵੀ ਜੀਵਨ ਸਾਡਾ ਸੁਖਮਈ ਗੁਜ਼ਰ ਸਕਦਾ ਹੈ ਨਾਮ ਤੋਂ ਬਗੈਰ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨ ਚੁਕੈ, ਗੁਰ ਇਹੋ ਭੇਦ ਬਤਾਵੈ। ਇਹ ਗੁਰੂ ਨੇ ਸਾਨੂੰ ਦੱਸਣਾ ਹੈ ਵੀ ਨਾਮ ਤੋਂ ਬਗੈਰ ਭਾਈ ਜੀਵਨ ਦੇ ਅੰਦਰ ਦੁੱਖ ਹੀ ਦੁੱਖ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ, ਭਾਈ ਵੀ ਇੱਕ ਗੱਲ ਨੂੰ ਤੂੰ ਸਮਝਣਾ ਕਰ, ਕਿਸੇ ਹੋਰ ਦੇ ਸਿਰ ਦੋਸ਼ ਨਾ ਮੜ। ਜੇਕਰ ਜੀਵਨ ਦੇ ਦੁੱਖ ਕਲੇਸ਼ ਹੈ ਭਾਈ, ਉਹਦਾ ਜ਼ਿੰਮੇਵਾਰ ਤੂੰ ਆਪ ਹੈ। ਸਭੇ ਦੁੱਖ ਸੰਤਾਪ ਜਾ ਤੁਧ ਭੁੱਲੀਐ, ਹੇ ਵਾਹਿਗੁਰੂ ਤੈਨੂੰ ਭੁੱਲਣ ਦੀ ਦੇਰ ਜੀਵਨ ਦੇ ਅੰਦਰ ਦੁੱਖ ਕਲੇਸ਼ ਮਨੁੱਖ ਨੂੰ ਆ ਚੁੰਮੜਦੇ ਨੇ, ਘੇਰਾ ਪਾ ਲੈਂਦੇ ਨੇ, ਸੁੱਖ ਲੱਭਿਆ ਨਹੀਂ ਲੱਭਦਾ। ਹੁਣ ਅੱਗੇ ਇਹ ਵੀ ਸਮਝਾ ਦਿੱਤਾ ਹੈ ਵੀ ਜੇਕਰ ਗਲਤੀ ਹੋ ਗਈ ਜੀਵਨ ਦੇ ਅੰਦਰ, ਨਾਮ ਨਹੀਂ ਜਪਿਆ ਗਿਆ, ਪਰਮਾਤਮਾ ਦੀ ਇਬਾਦਤ ਨਹੀਂ ਕੀਤੀ, ਦੁੱਖ ਕਲੇਸ਼ਾਂ ਨੇ ਆ ਕੇ ਘੇਰਾ ਪਾ ਲਿਆ, ਤੇ ਬਚਿਆ ਕਿਵੇਂ ਜਾਏ? ਇਹਨਾਂ ਤੋਂ ਬਚਣ ਦੇ ਲਈ ਮਨੁੱਖ ਲੱਖਾਂ ਹੀ ਉਪਾਅ ਕਰਦਾ ਹੈ। ਗੁਰੂ ਸਾਹਿਬ ਆਖਦੇ ਤੇਰੇ ਕੀਤੇ ਹੋਏ ਉਪਾਅ, ਤੇਰੇ ਵਰਤੇ ਹੋਏ ਢੰਗ ਤਰੀਕੇ ਤੇਰੇ ਕੰਮ ਆਉਣ ਵਾਲੇ ਨੇ। ਕੰਮ ਕੀ ਆਵੇਗਾ? ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਭੁੱਲੀਐ। ਤੂੰ ਜਿੰਨੇ ਮਰਜੀ ਆਪਣੇ ਵੱਲੋਂ ਲੱਖਾਂ ਹੀ ਉਪਾਵ ਕਰ, ਤਰੀਕੇ ਵਰਤ, ਆਪਣੀ ਸਿਆਣਪ ਵਰਤ ਕੇ ਵੇਖ ਲੈ ਭਾਈ, ਇਸ ਦੁੱਖ ਕਲੇਸ਼ ਤੋਂ ਤੂੰ ਬਚ ਨਹੀਂ ਸਕਦਾ। ਇਸ ਤੋਂ ਜੇ ਬਚਣਾ ਤੇ ਤੈਨੂੰ ਪਰਮਾਤਮਾ ਦੀ ਇਬਾਦਤ ਕਰਨੀ ਪਵੇਗੀ। ਗੱਲ ਸਮਝਣ ਵਾਲੀ ਹੈ। ਜਿਸ ਕਰਕੇ ਜੀਵਨ ਦੇ ਅੰਦਰ ਦੁੱਖ ਕਲੇਸ਼ ਆਏ ਨੇ ਨਾਮ ਨੂੰ ਵਿਸਾਰਨ ਕਰਕੇ, ਤੇ ਇਹਨਾਂ ਨੇ ਜਾਣਾ ਵੀ ਉਦੋਂ ਹੀ ਹੈ ਜਦੋਂ ਭਾਈ ਤੂੰ ਨਾਮ ਦਾ ਜਾਪ ਕਰੇਂਗਾ, ਜਦੋਂ ਤੂੰ ਬਾਣੀ ਦਾ ਜਾਪ ਕਰੇਂਗਾ, ਪਰਮਾਤਮਾ ਦੀ ਇਬਾਦਤ ਕਰੇਂਗਾ, ਪਰਮਾਤਮਾ ਦੇ ਨਾਲ ਤੇਰੀ ਸਾਂਝ ਬਣੇਗੀ। ਇਹਨਾਂ ਨੇ ਜਾਣਾ ਉਦੋਂ ਹੀ ਹੈ ਕਿਉਂਕਿ ਸਾਂਝ ਟੁੱਟੀ, ਦੂਰੀ ਬਣੀ ਤੇ ਦੁੱਖ ਕਲੇਸ਼ ਆ ਚੁੰਮੜੇ। ਜਦੋਂ ਪਰਮਾਤਮਾ ਦੇ ਨਾਲ ਤੇਰੀ ਨੇੜਤਾ ਵਧੇਗੀ, ਪਰਮਾਤਮਾ ਦੇ ਨਾਲ ਅਭੇਦ ਹੋਵੇਗਾ, ਇਬਾਦਤ ਕਰੇਗਾ, ਫੇਰ ਜਾ ਕੇ ਤੂੰ ਭਾਈ ਦੁੱਖ ਕਲੇਸ਼ਾਂ ਤੋਂ ਬਚ ਸਕਦਾ ਹੈ। ਨਹੀਂ ਤਾਂ ਗੁਰੂ ਸਾਹਿਬ ਆਖਦੇ ਨੇ ਬਿਲਕੁਲ ਉਮੀਦ ਨਾ ਰੱਖ ਵੀ ਆਪਣੀ ਸਿਆਣਪ ਚਤਰਾਈ ਦੇ ਨਾਲ ਤੂੰ ਇਹਨਾਂ ਤੋਂ ਬਚ ਸਕਦਾ ਹੈ। ਗੁਰੂ ਸਾਹਿਬ ਆਖਦੇ ਨੇ ਭਾਈ ਬਿਲਕੁਲ ਨਹੀਂ ਬਚ ਸਕਦਾ। ਹੁਣ ਪਰਮੇਸ਼ਰ ਨੂੰ ਭੁਲਾਉਣ ਦੇ ਨਾਲ ਇਕੱਲੇ ਦੁੱਖ ਕਲੇਸ਼ ਹੀ ਨਹੀਂ ਹੁੰਦੇ। ਅੱਗੇ ਸਤਿਗੁਰੂ ਜੀ ਨੇ ਹੋਰ ਵੀ ਦੱਸਿਆ ਵੀ ਜੀਵਨ ਦੇ ਅੰਦਰ ਕੈਸੇ ਕੈਸੇ ਕਸ਼ਟ ਹੁੰਦੇ ਨੇ। ਜਿਸਨੂੰ ਵਿਸਰੈ ਨਾਉ ਸੋ ਨਿਰਧਨ ਕਾਂਢੀਐ, ਨਿਰਧਨ ਤੋਂ ਭਾਵੈ ਕੰਗਾਲ ਮੰਗਤਾ। ਜਿਸਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ, ਉਹ ਦੁਨਿਆਵੀ ਧਨ ਦੇ ਭਾਵੇਂ ਉਹਦੇ ਕੋਲ ਢੇਰ ਲੱਗੇ ਹੋਣ, ਪਰ ਅਸਲ ਵਿੱਚ ਉਹ ਮੰਗਤਾ ਕੰਗਾਲ ਹੀ ਹੈ। ਉਹਦਾ ਜਿਹੜਾ ਜੀਵਨ ਹੈ ਮੰਗਤਿਆਂ ਵਰਗਾ ਹੀ ਹੈ, ਕੰਗਾਲਾਂ ਵਰਗਾ ਹੀ ਹੈ। ਕਿਉਂਕਿ ਦੁਨਿਆਵੀ ਧਨ ਨੂੰ ਪ੍ਰਾਪਤ ਕਰਕੇ ਸੁੱਖ ਨਹੀਂ ਮਿਲਦਾ ਦੁਨਿਆਵੀ ਧਨ ਦੇ ਨਾਲ। ਜੇ ਜੀਵਨ ਦੇ ਅੰਦਰ ਦੁੱਖ ਹੈ, ਕਲੇਸ਼ ਹੈ, ਜੇ ਯਤਨ ਕਰੀਏ ਵੀ ਧਨ ਦੇ ਨਾਲ ਇਹਨਾਂ ਦੁੱਖਾਂ ਤੋਂ ਬਚ ਜਾਵਾਂਗੇ, ਕਲੇਸ਼ਾਂ ਤੋਂ ਬਚ ਜਾਵਾਂਗੇ, ਨਹੀਂ ਬਚ ਸਕਦੇ ਭਾਵੇਂ ਜਿੰਨੇ ਮਰਜ਼ੀ ਸਾਡੇ ਕੋਲ ਧਨ ਦੇ ਢੇਰ ਲੱਗੇ ਹੋ। ਤੇ ਨਾ ਹੀ ਆਤਮਿਕ ਆਨੰਦ ਦੀ ਪ੍ਰਾਪਤੀ ਹੈ। ਜਿਸ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ, ਜਿਹਦੀ ਦੂਰੀ ਬਣ ਗਈ, ਗੁਰੂ ਸਾਹਿਬ ਆਖਦੇ ਨੇ ਅਸਲ ਵਿੱਚ ਉਹ ਕੰਗਾਲ ਹੈ, ਮੰਗਤਾ। ਜਿਵੇਂ ਮੰਗਤੇ ਥਾਂ ਥਾਂ ਦੇ ਠੋਕਰਾਂ ਖਾਂਦੇ ਫਿਰਦੇ ਨੇ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਪਰਮੇਸ਼ਰ ਨੂੰ ਭੁਲਾਉਣ ਤੋਂ ਬਾਅਦ ਮਨੁੱਖ ਦੀ ਹਾਲਤ ਉਹਨਾਂ ਮੰਗਤਿਆਂ ਵਰਗੀ ਬਣ ਜਾਂਦੀ ਹੈ, ਜੋ ਸਭ ਕੁਝ ਹੁੰਦਿਆਂ ਹੋਇਆਂ ਵੀ ਥਾਂ ਥਾਂ ਤੇ ਉਹ ਠੋਕਰਾਂ ਖਾਂਦੇ ਫਿਰਦੇ ਨੇ, ਆਪਣਾ ਆਤਮਿਕ ਆਨੰਦ ਗਵਾ ਬਹਿੰਦੇ ਨੇ, ਮਨ ਦੀ ਸ਼ਾਂਤੀ ਗਵਾ ਬਹਿੰਦੇ ਨੇ। ਜਿਸ ਨੂੰ ਵਿਸਰੈ ਨਾਉ ਸੋ ਨਿਰਧਨ ਕਾਂਢੀਐ, ਵੀ ਅਸਲ ਵਿੱਚ ਉਹ ਨਿਰਧਨ ਹੈ, ਗਰੀਬ ਹੈ, ਕੰਗਾਲ ਹੈ, ਮੰਗਤਾ ਹੈ, ਜਿਹਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ। ਜਿਸ ਨੂੰ ਵਿਸਰੈ ਨਾਉ ਸੋ ਜੋਨੀ ਹਾਂਡੀ ਹੈ। ਜਿਸ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ, ਦੇਖੋ ਇੱਕ ਤਾਂ ਜੀਵਨ ਦੇ ਅੰਦਰ ਦੁੱਖ ਕਲੇਸ਼ ਆ ਗਏ,
ਦੂਜਾ ਗੁਰੂ ਸਾਹਿਬ ਆਖਦੇ ਨੇ ਕੰਗਾਲ ਮੰਗਤਿਆਂ ਦੇ ਵਾਂਗੋਂ ਠੋਕਰਾਂ ਖਾਂਦਾ ਫਿਰਦਾ ਹੈ। ਤੀਜਾ ਗੁਰੂ ਸਾਹਿਬ ਆਖਦੇ ਨੇ ਉਹਦੀ ਹਾਲਤ ਐਸੀ ਬਣ ਜਾਂਦੀ ਹੈ ਵੀ ਉਹ ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ, ਜੂਨਾਂ ਵਿੱਚ ਪਿਆ ਰਹਿੰਦਾ। ਜਿਸ ਨੂੰ ਵਿਸਰੈ ਨਾਉ ਸੋ ਜੂਨੀ ਹਾਂਡੀ ਹੈ। ਜਿਸ ਨੂੰ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ। ਜਦੋਂ ਜੂਨਾਂ ਵਿੱਚ ਪੈ ਗਏ, ਜਿਹਨੂੰ ਮਾਲਕ ਯਾਦ ਨਹੀਂ, ਆਪਣਾ ਖਸਮ ਯਾਦ ਨਹੀਂ ਜਿਹਨੂੰ, ਉਹ ਫਿਰ ਜਮਾਂ ਦੀ ਮਾਰ ਸਹਿੜਦਾ ਉਹਨੂੰ। ਪਰਲੋਕ ਵਿੱਚ ਗਿਆ ਫਿਰ ਜਮਾਂ ਦੀ ਮਾਰ ਸਹਿੜਨੀ ਪੈਂਦੀ ਹੈ, ਕਿਉਂਕਿ ਉਹ ਤੇ ਲੇਖਾ ਜੋਖਾ ਤਾਂ ਹੋਣਾ ਹੈ ਜੀਵਨ ਦੇ ਅੰਦਰ। ਜੋ ਸਾਨੂੰ ਜੀਵਨ ਮਿਲਿਆ ਬੜਾ ਅਨਮੋਲ ਹੈ। ਪਰਮਾਤਮਾ ਦੀ ਇਬਾਦਤ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਸਾਨੂੰ ਇਸ ਭਾਗਾ ਸਮਾਂ ਮਿਲਿਆ ਹੈ, ਜਿਸ ਦੀ ਅਸੀਂ ਸੰਭਾਲ ਕਰਨੀ ਹੈ। ਕਿਉਂਕਿ ਭਗਤ ਕਬੀਰ ਜੀ ਦਾ ਬਚਨ ਆਉਂਦਾ ਹੈ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਵੀ ਜਦੋਂ ਤੂੰ ਸੰਗਤ ਕਰੇਂਗਾ, ਗੁਰੂ ਦੀ ਸੰਗਤ ਵਿੱਚ ਤੇਰੀ ਹਾਜ਼ਰੀ ਲੱਗੇਗੀ, ਸਤਸੰਗੀਆਂ ਵਾਲਾ ਤੇਰਾ ਜੀਵਨ ਬਣ ਗਿਆ, ਪਰਮਾਤਮਾ ਦਾ ਭਗਤ ਬਣ ਕੇ ਜਦੋਂ ਜੀਵਨ ਬਸਰ ਕਰੇਂਗਾ ਤੇ ਭਾਈ ਤੂੰ ਤਰ ਜਾਏਗਾ। ਕਿਉਂਕਿ ਤੇ ਲੇਖਾ ਜੋਖਾ ਹੋਣਾ ਹੈ। ਜੇ ਜੀਵਨ ਦੇ ਅੰਦਰ ਨਾਮ ਨਹੀਂ ਜਪਿਆ, ਸਤਸੰਗ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਗੁਰੂ ਸਾਹਿਬ ਆਖਦੇ ਨੇ ਕਿਹੜਾ ਮੂੰਹ ਲੈ ਕੇ ਜਾਏਗਾ ਉੱਤੇ ਪਰਮਾਤਮਾ ਨੂੰ? ਕੀ ਮੂੰਹ ਦਿਖਾ ਕੇ ਮੂੰਹ ਦਿਖਾਏਗਾ ਜਾ ਕੇ? ਕਿਉਂਕਿ ਤੂੰ ਵਾਅਦਾ ਕਰਕੇ ਆਇਆ ਵੀ ਮੈਂ ਸੰਸਾਰ ਤੇ ਜਾ ਕੇ ਸੁਵਾਸ ਵਾਸ ਨਾਮ ਜਪਾਂਗਾ, ਪਰਮਾਤਮਾ ਤੇਰੀ ਇਬਾਦਤ ਕਰਾਂਗਾ। ਪਰ ਜਿਵੇਂ ਜਨਮ ਹੋਇਆ, ਦੁਨਿਆਵੀ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਪਰਮਾਤਮਾ ਦੇ ਨਾਲੋਂ ਦੂਰੀ ਬਣ ਗਈ। ਅੱਗੇ ਕਿਰਪਾ ਕੀਤੀ ਹੈ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ। ਜਿਹਨੂੰ ਆਪਣਾ ਮਾਲਕ ਯਾਦ ਨਹੀਂ, ਜਿਸ ਦੀ ਪਰਿਪੂਰਨ ਪਰਮਾਤਮਾ ਦੇ ਨਾਲੋਂ ਭਾਈ ਦੂਰੀ ਬਣ ਗਈ, ਅਸਲ ਵਿੱਚ ਉਹ ਰੋਗੀ ਹੈ। ਉਹਨੂੰ ਸਰੀਰਕ ਰੋਗ ਅਤੇ ਆਤਮਿਕ ਰੋਗ ਦੋਨੋਂ ਹੀ ਆ ਚੁੰਮੜਦੇ ਨੇ। ਕਿਉਂਕਿ ਆਤਮਿਕ ਰੋਗ ਨੇ, ਇਹਨਾਂ ਦੀ ਕੋਈ ਦਵਾਈ ਨਹੀਂ ਬਣੀ। ਇਹ ਤਾਂ ਨਾਮ ਜਪ ਕੇ ਮਨੁੱਖ ਇਹਨਾਂ ਤੋਂ ਛੁਟਕਾਰਾ ਪਾ ਸਕਦਾ ਹੈ। ਪਰ ਜਿਹਨੂੰ ਮਾਲਕ ਦਾ ਨਾਮ ਵਿਸਰ ਗਿਆ, ਜਿਹਦੀ ਦੂਰੀ ਬਣ ਗਈ, ਉਹ ਸਰੀਰਕ ਤੌਰ ਤੇ ਵੀ ਰੋਗੀ ਹੈ ਤੇ ਆਤਮਿਕ ਤੌਰ ਤੇ ਵੀ ਰੋਗੀ ਹੈ। ਤੇ ਰੋਗੀਆਂ ਦੀ ਹਾਲਤ ਕੈਸੀ ਹੈ? ਇਹ ਰੋਗ ਚੁੰਮੜਦੇ ਕਿਉਂ ਨੇ? ਇਹਦੇ ਬਾਬਤ ਵੀ ਵਚਨ ਆਉਂਦਾ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਜਦੋਂ ਬਾਣੀ ਵਿਸਰਦੀ ਹੈ, ਬਾਣੀ ਦੇ ਨਾਲੋਂ ਦੂਰੀ ਬਣਦੀ ਹੈ, ਉਦੋਂ ਮਨੁੱਖ ਨੂੰ ਆ ਕੇ ਰੋਗ ਵੀ ਚੁੰਮੜਦੇ ਨੇ। ਫਿਰ ਪੰਕਤੀ ਸੁਣਿਓ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਵੀ ਕੋਹੜ ਦਾ ਰੋਗ, ਜਿਹਨੂੰ ਕੋਹੜ ਦਾ ਰੋਗ ਹੋਇਆ ਹੋਵੇ ਨਾ, ਉਸ ਕੋਹੜ ਦੇ ਰੋਗ ਕਰਕੇ ਦਿਨ ਵੇਲੇ ਵੀ ਉਹਨੂੰ ਚੈਨ ਨਹੀਂ ਤੇ ਰਾਤ ਵੇਲੇ ਵੀ ਉਹਨੂੰ ਨੀਂਦ ਨਹੀਂ ਆਉਂਦੀ। ਕਿਉਂਕਿ ਜ਼ਖਮਾਂ ਵਿੱਚੋਂ ਲਹੂ ਸਿਮਦਾ ਹੈ, ਦਿਨ ਵੇਲੇ ਵੀ ਉਹ ਤੜਫਦਾ ਹੈ ਤੇ ਰਾਤ ਨੂੰ ਵੀ ਤੜਫਦਾ ਹੈ। ਕੋਹੜ ਦਾ ਰੋਗ ਵੀ ਜੇ ਤੂੰ ਭਾਈ ਪਰਮਾਤਮਾ ਨੂੰ ਵਿਸਾਰ ਦਿੱਤਾ, ਬਾਣੀ ਤੈਨੂੰ ਵਿਸਰ ਗਈ, ਤੇਰੀ ਜਿਹੜੀ ਹਾਲਤ ਹੈ ਉਸ ਕੋਹੜੀ ਵਰਗੀ ਹੋ ਜਾਵੇਗੀ ਜਿਹਨੂੰ ਕੋਹੜ ਦਾ ਰੋਗ ਹੈ, ਜੋ ਦਿਨ ਵੇਲੇ ਵੀ ਤੜਫਦਾ ਹੈ ਤੇ ਰਾਤ ਨੂੰ ਵੀ ਤੜਫਦਾ ਹੈ, ਜਿਹਨੂੰ ਚੈਨ ਨਹੀਂ, ਆਰਾਮ ਨਹੀਂ। ਭਾਈ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ। ਸਾਰੇ ਰੋਗ ਆ ਕੇ ਤੈਨੂੰ ਚੁੰਮੜ ਜਾਣਗੇ ਜਦੋਂ ਤੂੰ ਪਰਮਾਤਮਾ ਨੂੰ ਭੁਲਾ ਬੈਠੇ। ਅਖੀਰਲੀਆਂ ਪੰਕਤੀਆਂ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ। ਮਾਲਕ ਨੂੰ ਭੁਲਾਉਣ ਦੇ ਨਾਲ ਇੱਕ ਅਵਗੁਣ ਹੋਰ ਪੈਦਾ ਹੁੰਦਾ ਹੈ। ਮਨੁੱਖ ਅਹੰਕਾਰੀ ਹੋ ਜਾਂਦਾ ਹੈ, ਅਹੰਕਾਰ ਪੈਦਾ ਹੋ ਜਾਂਦਾ ਹੈ ਮਨ ਅੰਦਰ। ਤੇ ਅਹੰਕਾਰ ਐਸਾ ਹੈ, ਜਿਸ ਨੇ ਵੀ ਸਾਡੇ ਸਾਹਮਣੇ ਅਨੇਕਾਂ ਉਦਾਹਰਨਾਂ ਨੇ, ਜਿਸ ਨੇ ਵੀ ਅਹੰਕਾਰ ਕੀਤਾ ਹੈ ਉਹਨੇ ਆਪਣਾ ਮਲੀਆ ਮੀਟ ਕਰ ਲਿਆ। ਬਚਨ ਵੀ ਆਪਾਂ ਦੁਨਿਆਵੀ ਤੌਰ ਤੇ ਇੱਕ ਗੱਲ ਆਖਦੇ ਆ, ਅਹੰਕਾਰਿਆ ਸੋ ਮਾਰਿਆ। ਜਿਹਨੂੰ ਅਹੰਕਾਰ ਹੋ ਗਿਆ, ਭਾਵੇਂ ਕਿਸੇ ਵੀ ਗੱਲ ਦਾ ਅਹੰਕਾਰ ਹੈ, ਜਦੋਂ ਅਹੰਕਾਰ ਹਉਮੈ ਪੈਦਾ ਹੋ ਗਈ ਤੇ ਸਮਝੋ ਮਨੁੱਖ ਫਿਰ ਆਪਣਾ ਸਭ ਕੁਝ ਚੰਗੇ ਗੁਣ ਗਵਾ ਲੈਂਦਾ ਹੈ। ਤੇ ਅਹੰਕਾਰ ਕਰਕੇ ਮਨੁੱਖ ਕਈ ਵਾਰ ਆਪਣੇ ਜੀਵਨ ਦੇ ਅੰਦਰ, ਕਿਉਂਕਿ ਸਾਡੇ ਸਾਹਮਣੇ ਅਨੇਕਾਂ ਉਦਾਹਰਨਾਂ ਨੇ, ਕੌਰਵਾਂ ਨੇ ਅਹੰਕਾਰ ਕੀਤਾ, ਦੁਰਯੋਧਨ ਨੇ ਵੀ ਮੇਰਾ ਬਹੁਤ ਵੱਡਾ ਪਰਿਵਾਰ ਹੈ, ਵੱਡੇ ਵੱਡੇ ਯੋਧੇ ਮੇਰੇ ਕੋਲ ਨੇ,
ਆਖਰ ਸਭ ਕੁਝ ਗਵਾ ਲਿਆ। ਰਾਵਣ 4 ਵੇਦਾਂ ਦਾ ਗਿਆਤਾ ਸੀ, ਬਹੁਤ ਗੁਣਵਾਨ, ਉਹਨੂੰ ਮੰਨਿਆ, ਸੂਝਵਾਨ ਸੀ, ਪਰ ਉਹਦੇ ਕੋਲੋਂ ਉਹਨੇ ਵੀ ਇਹ ਹੰਕਾਰ ਕੀਤਾ ਵੀ ਮੇਰੀ ਜਿਹੜੀ ਲੰਕਾ ਹੈ ਉਹ ਸਮੁੰਦਰ ਦੇ ਵਿੱਚ ਹੈ, ਜਿੱਥੇ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ। ਮੇਰੇ ਕੋਲੇ ਵੱਡੇ ਵੱਡੇ ਯੋਧਤ ਨੇ, ਮੈਂ ਤਾਕਤਵਰ ਹਾਂ, ਮੈਨੂੰ ਕੋਈ ਹਰਾ ਨਹੀਂ ਸਕਦਾ, ਪਰ ਆਖਰ ਸਭ ਕੁਝ ਗਵਾ ਲਿਆ। ਹੁਣ ਗੁਰੂ ਸਾਹਿਬ ਨੇ ਤੇ ਇਹ ਵੀ ਗੱਲ ਸਾਨੂੰ ਸਮਝਾ ਦਿੱਤੀ ਹੈ, ਸਪਸ਼ਟ ਕਰ ਦਿੱਤੀ ਹੈ ਵੀ ਅਹੰਕਾਰ ਦਾ ਜੀਵਨ ਦੇ ਅੰਦਰ ਆਉਣਾ, ਇਹਦਾ ਮੁੱਖ ਕਾਰਨ ਹੈ ਵੀ ਪਰਮਾਤਮਾ ਨੂੰ ਅਸੀਂ ਭੁਲਾ ਬੈਠੇ ਹਾਂ। ਜਿਹਨੂੰ ਮਾਲਕ ਯਾਦ ਹੈ, ਪਰਮਾਤਮਾ ਯਾਦ ਹੈ, ਉਹਦੇ ਜੀਵਨ ਵਿੱਚ ਅਹੰਕਾਰ ਨਹੀਂ ਆ ਸਕਦਾ, ਹਉਮੈ ਨਹੀਂ ਆ ਸਕਦੀ, ਕਿਉਂਕਿ ਦੋਨੋਂ ਪਹਿਲਾਂ ਵੀ ਆਪ ਜੀ ਨੇ ਬਚਨ ਸਾਂਝਾ ਕੀਤਾ ਹੈ ਵੀ ਅਹੰਕਾਰ ਤੇ ਪਰਮਾਤਮਾ ਦਾ ਨਾਮ, ਇਹ ਦੋਨੋਂ ਇੱਕ ਥਾਂ ਨਹੀਂ ਰਹਿ ਸਕਦੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇੱਕ ਥਾਏ। ਜਿੱਥੇ ਹਉਮੈ ਉੱਥੇ ਪਰਮਾਤਮਾ ਦਾ ਨਾਮ ਨਹੀਂ। ਜਿਹਨੇ ਪਰਮਾਤਮਾ ਨੂੰ ਭੁਲਾਇਆ, ਹਉਮੈ ਅਹੰਕਾਰ ਉੱਥੇ ਹੀ ਹੋਵੇਗਾ। ਜਿਹਨੂੰ ਮਾਲਕ ਯਾਦ ਹੈ, ਪਰਮਾਤਮਾ ਦਾ ਨਾਮ ਜੋ ਜਪਣ ਵਾਲਾ ਹੈ, ਉੱਥੇ ਅਹੰਕਾਰ ਨਹੀਂ ਆ ਸਕਦਾ। ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰਿਆ। ਸੋਈ ਦੁਹੇਲਾ ਜਗ, ਅਸਲ ਵਿੱਚ ਉਹ ਮਾੜੇ ਭਾਗਾਂ ਵਾਲਾ ਹੈ, ਉਹਦੇ ਮੰਦੇ ਭਾਗ ਨੇ, ਜਿਸ ਨੇ ਸੰਸਾਰ ਅੰਦਰ ਰਹਿੰਦਿਆਂ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਹੈ। ਗੁਰੂ ਸਾਹਿਬ ਨੇ ਸਾਨੂੰ ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ, ਭਾਈ ਜਦੋਂ ਪਰਮਾਤਮਾ ਦਾ ਨਾਮ ਵਿਸਰਦਾ ਹੈ ਤੇ ਮਨੁੱਖ ਦੀ ਹਾਲਤ ਬਹੁਤ ਦੁਖਦਾਈ, ਤਰਸਯੋਗ ਬਣ ਜਾਂਦੀ ਹੈ। ਬੜੇ ਸੁਚੱਜੇ ਢੰਗ ਦੇ ਨਾਲ ਸਤਿਗੁਰ ਸੁਖੈਨ ਰੂਪੇ ਸਾਨੂੰ ਸਮਝਾਉਣਾ ਕੀਤਾ। ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਇਹ ਪੱਕੇ ਤੌਰ ਤੇ ਇਸ ਗੱਲ ਨੂੰ ਆਪਣੇ ਪੱਲੇ ਬੰਨੀਏ ਵੀ ਪਰਮਾਤਮਾ ਨੂੰ ਹਰ ਵਕਤ ਯਾਦ ਕਰਨਾ ਹੈ, ਪਰਮਾਤਮਾ ਦੀ ਇਬਾਦਤ ਕਰਨੀ ਹੈ, ਤਾਂ ਹੀ ਅਸੀਂ ਦੁੱਖਾਂ ਕਲੇਸ਼ਾਂ ਤੋਂ ਬਚ ਸਕਦੇ ਹਾਂ, ਹਉਮੈ ਹੰਕਾਰ ਤੋਂ ਬਚ ਸਕਦੇ ਹਾਂ, ਵਿਕਾਰਾਂ ਤੋਂ ਬਚ ਸਕਦੇ ਹਾਂ। ਸ਼ੁਭ ਗੁਣਾਂ ਦੇ ਧਾਰਨੀ ਤਾਂ ਹੀ ਬਣਾਂਗੇ ਜਦੋਂ ਪਰਮਾਤਮਾ ਦੀ ਇਬਾਦਤ ਕਰਾਂਗੇ, ਨਾਮ ਜਪਾਂਗੇ। ਸੋ ਅਰਦਾਸ ਕਰੀ ਵਾਹਿਗੁਰੂ ਅੱਗੇ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਤ ਸੰਗ ਕਰਨ ਦੀ, ਨਾਮ ਜਪਣ ਦੀ ਦਾਤ ਬਖਸ਼ਿਸ਼ ਕਰਨ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੁੰਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕਿਨੋ ਸੋ ਲਾਭ। ਭੁਲਾ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ, ਵਾਹਿਗੁਰੂ। ਜਪੋ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ। ਜਪੋ ਸਤਨਾਮ ਸਤਨਾਮ ਵਾਹਿਗੁਰੂ।